ਹੈਲੋ ਡੀਅਰ ਸਟੂਡੈਂਟਸ, ਅੱਜ ਦਾ ਆਪਣਾ ਟੌਪਿਕ ਆ ਮੇਕਿੰਗ ਆਫ ਦਾ ਕੌਨਸਟੀਟਿਊਸ਼ਨ। ਇਸ ਲੈਕਚਰ ਨੂੰ ਆਪਾਂ ਨੇ ਦੋ ਪਾਰਟਸ ਦੇ ਵਿੱਚ ਡਿਵਾਈਡ ਕਰੇ ਆ। ਫਸਟ ਦੇ ਵਿੱਚ ਯਾਨੀ ਕਿ ਇਸ ਲੈਕਚਰ ਦੇ ਵਿੱਚ ਆਪਾਂ ਇਸ ਦਾ ਬੈਕਗਰਾਊਂਡ ਦੇਖਾਂਗੇ ਕਿ ਪਹਿਲਾਂ ਕੀ ਇਵੈਂਟ ਹੋਏ ਸੀ, ਅਸਲ ਦੇ ਵਿੱਚ ਜਿਹੜਾ ਕੌਨਸਟੀਟਿਊਸ਼ਨ ਬਣਨਾ ਸਟਾਰਟ ਹੋਇਆ ਉਸ ਤੋਂ ਪਹਿਲਾਂ ਕੀ ਇਵੈਂਟ ਸੀ ਜਿਨ੍ਹਾਂ ਕਰਕੇ ਆਪਾਂ ਕੌਨਸਟੀਟਿਊਸ਼ਨ ਬਣਾਉਣ ਲੱਗੇ, ਜਾਂ ਫਿਰ ਕਹਿ ਲਓ ਆਈਡੀਆ ਕਿਵੇਂ ਆਇਆ ਆਪਾਂ ਨੂੰ ਬਣਾਉਣ ਦਾ। ਸੈਕਿੰਡ ਨੰਬਰ ਦੇ ਉੱਤੇ ਆਪਾਂ ਕਵਰ ਕਰਾਂਗੇ, ਜੋ ਕਿ ਆਪਣਾ ਸੈਕਿੰਡ ਲੈਕਚਰ ਹੋਊਗਾ, ਕਿ ਜਿਹੜਾ ਕੌਨਸਟੀਟਿਊਸ਼ਨ ਬਣਿਆ ਉਹ ਕਿਵੇਂ ਬਣਿਆ, ਕਿੱਥੋਂ ਕਿਹੜੀਆਂ ਚੀਜ਼ਾਂ ਲਈਆਂ ਗਈਆਂ, ਉਹ ਸਾਰੀਆਂ ਚੀਜ਼ਾਂ ਬਾਰੇ। ਸਭ ਤੋਂ ਪਹਿਲਾਂ 20 ਅਗਸਤ 1917 ਦੇ ਵਿੱਚ ਮੌਂਟੈਗੋ ਡੈਕਲੇਰੇਸ਼ਨ ਆਇਆ। ਮੌਂਟੈਗੋ ਡੈਕਲੇਰੇਸ਼ਨ ਅਸਲ ਦੇ ਵਿੱਚ ਕੀ ਸੀ, ਬ੍ਰਿਟਿਸ਼ ਸੈਕਟਰੀ ਆਫ ਸਟੇਟ ਜਿਹਦਾ ਨਾਮ ਕੀ ਸੀ, ਮੌਂਟੈਗੋ ਸੀ, ਉਹਨੇ ਇੱਕ ਡੈਕਲੇਰੇਸ਼ਨ ਦਿੱਤੀ। ਉਹਦੇ ਨਾਮ ਤੋਂ ਹੀ ਇਸ ਦਾ ਨਾਮ ਮੌਂਟੈਗੋ ਡੈਕਲੇਰੇਸ਼ਨ ਪੈ ਗਿਆ। ਇਸ ਡੈਕਲੇਰੇਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਹੌਲੀ ਹੌਲੀ ਰਿਸਪੌਂਸੀਬਲ ਗੌਰਮੈਂਟ ਬਣਾਵਾਂਗੇ ਇੰਡੀਆ ਦੇ ਵਿੱਚ। ਰਿਸਪੌਂਸੀਬਲ ਗੌਰਮੈਂਟ ਅਸਲ ਦੇ ਵਿੱਚ ਆਪਾਂ ਕਹਿ ਕਿਹਨੂੰ ਸਕਦੇ ਹਾਂ, ਵੈਸੇ ਤਾਂ ਬਹੁਤ ਬੜਾ ਟੌਪਿਕ ਆ, ਬਟ ਤੁਸੀਂ ਇੰਨੀ ਗੱਲ ਸਮਝ ਲਓ, ਰਿਸਪੌਂਸੀਬਲ ਗੌਰਮੈਂਟ ਕੀ ਹੋਊਗੀ, ਜਿਹੜੀ ਗੌਰਮੈਂਟ ਲੋਕਾਂ ਦੇ ਪ੍ਰਤੀ ਜਵਾਬਦੇਹੀ ਹੋਵੇ। ਮਤਲਬ ਕਿ ਆਪਣਾ ਰਾਜ ਉਹ ਉਦੋਂ ਤੱਕ ਹੀ ਕਰ ਸਕਦੀ ਹੈ ਜਿੰਨੀ ਦੇਰ ਤੱਕ ਲੋਕ ਉਹਨਾਂ ਦੇ ਹੱਕ ਦੇ ਵਿੱਚ ਨੇ। ਜਿਸ ਟਾਈਮ ਲੋਕ ਚਾਹੁਣ ਉਸ ਟਾਈਮ ਉਹ ਸਰਕਾਰ ਨੂੰ ਹਿਲਾ ਸਕਦੇ ਨੇ, ਆਪਣੀ ਸੀਟ ਤੋਂ ਪਰਾਂ ਧੱਕ ਸਕਦੇ ਨੇ। ਦੈਨ ਉਸ ਤੋਂ ਬਾਅਦ ਦੇ ਵਿੱਚ ਆ ਜਾਂਦਾ ਕੁਐਸਚਨ ਕਿ ਰਿਸਪੌਂਸੀਬਲ ਗੌਰਮੈਂਟ ਬਣਾ ਤਾਂ ਰਹੇ ਹਾਂ, ਬਟ ਬਣੂਗੀ ਕਦੋਂ ਤੱਕ। ਠੀਕ ਹੈ, ਹੁਣ ਐਵੇਂ ਨਾ ਹੋਵੇ ਨਾ ਕਿ ਆਪਾਂ ਨੇ ਅੱਜ ਕਹਿਤਾ ਉਹ ਬਣ ਰਹੀ ਆ 20-30 ਸਾਲਾਂ ਬਾਅਦ, ਜਾਂ ਕਹਿ ਲਓ 50 ਸਾਲ ਲੱਗ ਗਏ। ਕੋਈ ਪ੍ਰੋਪਰ ਟਾਈਮ ਵੀ ਤਾਂ ਹੋਣਾ ਚਾਹੀਦਾ ਕਿ ਕਦੋਂ ਤੱਕ ਬਣੂ। ਅਸਲ ਦੇ ਵਿੱਚ ਇਸ ਦੇ ਵਿੱਚ ਕੋਈ ਵੀ ਮੈਂਸ਼ਨ ਨਹੀਂ ਸੀ ਕਰਿਆ ਗਿਆ ਕਿ ਰਿਸਪੌਂਸੀਬਲ ਗੌਰਮੈਂਟ ਬਣਾਈ ਕਦੋਂ ਜਾਊਗੀ। ਹੁਣ ਆਪਣੇ ਕੋਲ ਕੰਡੀਸ਼ਨ ਕੀ ਆ ਕਿ ਆਪਾਂ ਨੇ ਰਿਸਪੌਂਸੀਬਲ ਗੌਰਮੈਂਟ ਬਣਾਉਣੀ ਜ਼ਰੂਰ ਆ, ਠੀਕ ਹੈ, ਬਟ ਕਦੋਂ ਤੱਕ ਬਣੂ ਆਹ ਗੱਲ ਦਾ ਕਿਸੇ ਨੂੰ ਵੀ ਕੁਛ ਨਹੀਂ ਪਤਾ। ਹੁਣ 1917 ਦੇ ਵਿੱਚ ਜੋ ਇੰਡੀਆ ਉਹ ਕੀ ਇੱਕ ਬ੍ਰਿਟਿਸ਼ ਕਲੋਨੀ ਆ, ਮਤਲਬ ਕਿ ਬ੍ਰਿਟੇਨ ਦੀ ਸਰਕਾਰ ਦੇ ਅੰਡਰ ਆ। ਉਸ ਟਾਈਮ ਵੀ ਆਪਾਂ ਗੁਲਾਮ ਆ, ਅਤੇ ਆਪਾਂ ਨੇ ਬਣਨਾ ਕੀ ਸੀ, ਸੈਲਫ ਗੌਰਮੈਂਟ ਵਾਲਾ ਰੂਲ ਲੈ ਕੇ ਆਉਣਾ। ਸੈਲਫ ਗੌਰਮੈਂਟ ਮੀਨਸ ਕਿ ਅਸਲ ਦੇ ਵਿੱਚ ਉਹਨਾਂ ਦਾ ਸੈਲਫ ਗੌਰਮੈਂਟ ਕਹਿਣ ਦਾ ਮਤਲਬ ਕੀ ਸੀ ਕਿ ਜਿਹਦੇ ਵਿੱਚ ਇੰਡੀਅਨਸ ਦੀ ਪਾਰਟੀਸਪੇਸ਼ਨ ਜ਼ਿਆਦਾ ਹੋਵੇ ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਵਿੱਚ। ਠੀਕ ਹੈ, ਕਿ ਹੌਲੀ ਹੌਲੀ ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੰਡੀਅਨਸ ਦੀ ਪਾਰਟੀਸਪੇਸ਼ਨ ਨੂੰ ਇਨਕਰੀਜ਼ ਕਰਿਆ ਜਾਊਗਾ। ਹੁਣ ਐਵੇਂ ਨਹੀਂ ਕਿ ਇਕੱਲਾ ਉਹਨਾਂ ਨੇ ਕਹਿ ਕੇ ਛੱਡਤਾ ਸੀ, ਅਸਲ ਦੇ ਵਿੱਚ ਲਾਈਨ ਬਾਈ ਲਾਈਨ ਕੁਝ ਨਾ ਕੁਝ ਅਜਿਹੇ ਸਟੈਪਸ ਲਏ ਗਏ ਜਿਨ੍ਹਾਂ ਦੇ ਕਰਕੇ ਜਿਹੜੇ ਇੰਡੀਅਨ ਸੀ ਉਹਨਾਂ ਦੀ ਪਾਰਟੀਸਪੇਸ਼ਨ ਇੰਡੀਅਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਵਧਾਈ ਗਈ। ਇਸ ਸੀਰੀਜ਼ ਦੇ ਵਿੱਚ ਸਭ ਤੋਂ ਪਹਿਲਾਂ ਗੌਰਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ, ਜਿਹਨੂੰ ਆਪਾਂ ਮੌਂਟੈਗੋ ਚੈਲਮਸਫੋਰਡ ਰਿਫਾਰਮ ਵੀ ਬੋਲਦੇ ਹਾਂ, ਉਹਦੇ ਵਿੱਚ ਵੀ ਕਾਫੀ ਸਾਰੀਆਂ ਅਜਿਹੀਆਂ ਪ੍ਰੋਵੀਜ਼ਨਸ ਰੱਖੀਆਂ ਗਈਆਂ ਜਿਹਦੇ ਨਾਲ ਇੰਡੀਅਨਸ ਦੀ ਪਾਰਟੀਸਪੇਸ਼ਨ ਵਧੇ। ਦੈਨ ਉਸ ਤੋਂ ਬਾਅਦ ਦੇ ਵਿੱਚ ਆਪਣੇ ਕੋਲ ਆ ਜਾਂਦਾ, ਇਸੇ ਐਕਟ ਦੇ ਵਿੱਚ ਸੀ ਪ੍ਰੋਵੀਜ਼ਨ ਕਿ ਜਦੋਂ ਇਹ ਐਕਟ ਪਾਸ ਹੋਇਆ ਤਾਂ ਇਹਦੇ 10 ਸਾਲ ਦੇ ਬਾਅਦ ਇਸ ਐਕਟ ਦੇ ਜਿਹੜੇ ਵੀ ਮਤਲਬ ਕਹਿ ਲਓ ਖਾਮੀਆਂ ਹੋਣਗੀਆਂ, ਜੋ ਵੀ ਇਸ ਐਕਟ ਦਾ ਨਤੀਜਾ ਨਿਕਲਿਆ, ਉਹ ਸਾਰੀ ਚੀਜ਼ ਦੀ ਐਨਾਲਿਸਿਸ ਕਰਨ ਵਾਸਤੇ ਇੱਕ ਕਮਿਸ਼ਨ ਅਪੁਆਇੰਟ ਕਰੀ ਜਾਊਗੀ। ਪਰ ਅਸਲ ਦੇ ਵਿੱਚ ਜਿਹੜੀ ਕਮਿਸ਼ਨ ਸੀ ਉਹ 10 ਸਾਲ ਬਾਅਦ ਨਹੀਂ, 2 ਸਾਲ ਪਹਿਲਾਂ, ਮਤਲਬ ਕਿ 8 ਸਾਲ ਬਾਅਦ ਇਹ ਅਪੁਆਇੰਟ ਹੋ ਗਈ ਸੀ। 8 ਸਾਲ ਬਾਅਦ ਮਤਲਬ ਕਿ 1927 ਦੇ ਵਿੱਚ ਇਹ ਵਾਲੀ ਜਿਹੜੀ ਕਮਿਸ਼ਨ ਸੀ ਇਹ ਅਪੁਆਇੰਟ ਕਰੀ ਗਈ। 1927 ਦੇ ਵਿੱਚ ਕਮਿਸ਼ਨ ਦਾ ਜਿਹੜਾ ਚੇਅਰਮੈਨ ਬਣਿਆ ਉਹ ਸੀ ਸਰ ਜੌਨ ਸਾਈਮਨ ਸੀ। ਤਾਂ ਜੌਨ ਸਾਈਮਨ ਦੇ ਨਾਮ ਦੇ ਉੱਤੇ ਮੇਰੇ ਹਿਸਾਬ ਨਾਲ ਬਹੁਤ ਜ਼ਿਆਦਾ ਬੱਚਿਆਂ ਨੂੰ ਆਈਡੀਆ ਲੱਗ ਵੀ ਗਿਆ ਹੋਊਗਾ, ਸਾਈਮਨ ਕਮਿਸ਼ਨ ਨਾਮ ਰੱਖਿਆ ਗਿਆ। ਤਾਂ ਇਹ 7 ਮੈਂਬਰਾਂ ਦੀ ਕਮਿਸ਼ਨ ਸੀ। ਇਹਨੇ ਐਨਾਲਿਸਿਸ ਕੀਤੀ ਔਰ ਉਹ ਐਨਾਲਿਸਿਸ ਨੂੰ ਸਾਰੀ ਨੂੰ ਮਤਲਬ ਬੇਸ ਰੱਖ ਕੇ 3 ਰਾਊਂਡ ਟੇਬਲ ਕਾਨਫਰੰਸਿਸ ਰੱਖੀਆਂ ਗਈਆਂ। ਉਸ ਤੋਂ ਪਹਿਲਾਂ ਮਤਲਬ ਇਹਨਾਂ ਨੇ ਰਿਪੋਰਟ ਦਿੱਤੀ ਸੀ ਮਈ 1930 ਦੇ ਵਿੱਚ। ਦੈਨ ਉਸ ਤੋਂ ਬਾਅਦ ਦੇ ਵਿੱਚ ਰਾਊਂਡ ਟੇਬਲ ਕਾਨਫਰੰਸਿਸ ਹੋਈਆਂ, 3 ਹੋਈਆਂ ਸੀ। These 3 ਰਾਊਂਡ ਟੇਬਲ ਕਾਨਫਰੰਸਿਸ ਵਰ ਫਰੋਮ 1930 ਤੋਂ ਲੈ ਕੇ 1931 ਦੇ ਵਿੱਚ ਹੋਈਆਂ ਸੀ। ਤਿੰਨੋਂ ਮਤਲਬ ਕਿ ਇੱਕ 1930 ਦੇ ਵਿੱਚ, 31 ਦੇ ਵਿੱਚ ਔਰ ਇੱਕ 32 ਦੇ ਵਿੱਚ। ਨੈਕਸਟ ਆ ਜਾਂਦਾ, ਇਨ 1934 ਸਰ M.N. ਰॉय ਗੇਵ ਐਨ ਆਈਡੀਆ ਆਫ ਮੇਕਿੰਗ ਕੌਨਸਟੀਟਿਊਸ਼ਨ। ਸਭ ਤੋਂ ਜ਼ਿਆਦਾ ਇੰਪੋਰਟੈਂਟ ਪੁਆਇੰਟ ਆ, ਕਈ ਵਾਰ 1 ਡੇ ਐਗਜ਼ਾਮ ਦੇ ਵਿੱਚ ਜਾਂ ਫਿਰ ਕਹਿ ਲਓ ਅਗਰ PPSC ਜਾਂ ਫਿਰ UPSC ਵਗੈਰਾ ਦੇ ਐਗਜ਼ਾਮ ਨੇ, ਉਹਦੇ ਵਿੱਚ ਇੱਕ ਸਟੇਟਮੈਂਟ ਬੇਸ ਦੇ ਉੱਤੇ ਆ ਸਕਦਾ। ਠੀਕ ਹੈ, ਕਿ ਇਹ ਵਾਲੀ ਚੀਜ਼ ਹੈ ਇੱਕ ਤਰੀਕੇ ਨਾਲ ਕਹਿ ਲਓ ਫੈਕਚੁਅਲ ਕੁਐਸਚਨ ਦੇ ਟਾਈਪ। ਤਾਂ ਜਿਹੜਾ ਕੌਨਸਟੀਟਿਊਸ਼ਨ ਆਪਾਂ ਪੜ੍ਹ ਤਾਂ ਰਹੇ ਹਾਂ, ਬਟ ਇਹ ਬਣਾਇਆ ਤਾਂ ਚਲੋ ਜਿਹਨੇ ਬਣਾਇਆ ਠੀਕ ਆ, ਫਾਦਰ ਆਫ ਕੌਨਸਟੀਟਿਊਸ਼ਨ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ। ਅਸਲ ਦੇ ਵਿੱਚ ਕੌਨਸਟੀਟਿਊਸ਼ਨ ਬਣਾਉਣ ਦਾ ਆਈਡੀਆ ਸਭ ਤੋਂ ਪਹਿਲਾਂ ਕਿਹਨੇ ਦਿੱਤਾ ਸੀ, ਸਰ M.N. ਰॉय ਨੇ ਦਿੱਤਾ ਹੋਇਆ ਸੀ। ਉਹਨਾਂ ਨੇ ਕਿਹਾ ਕਿ ਆਪਾਂ ਕਹੀ ਜਾ ਰਹੇ ਹਾਂ ਕਿ ਆਪਾਂ ਨੂੰ ਡੋਮੇਨੀਅਨ ਸਟੇਟਸ ਚਾਹੀਦਾ, ਸੈਲਫ ਗੌਰਮੈਂਟ ਚਾਹੀਦੀ ਆ, ਪਰ ਅਸਲ ਦੇ ਵਿੱਚ ਕੋਈ ਵੀ ਸਰਕਾਰ ਬਣੂਗੀ ਉਹਦਾ ਆਪਦਾ ਇੱਕ ਕੌਨਸਟੀਟਿਊਸ਼ਨ ਹੁੰਦਾ ਕਿ ਉਸ ਤੋਂ ਪਹਿਲਾਂ ਆਪਾਂ ਨੂੰ ਕੌਨਸਟੀਟਿਊਸ਼ਨ ਬਣਾਉਣਾ ਪਊਗਾ। ਤਾਂ ਫਸਟ ਆਈਡੀਆ 1934 ਦੇ ਵਿੱਚ ਸਰ M.N. ਰॉय ਨੇ ਦਿੱਤਾ ਸੀ। ਦੈਨ ਨੈਕਸਟ ਇਨ 1935 ਐਜ਼ ਅ ਰਿਜ਼ਲਟ ਆਫ ਰਾਊਂਡ ਟੇਬਲ ਕਾਨਫਰੰਸਿਸ ਗੌਰਮੈਂਟ ਆਫ ਇੰਡੀਆ ਐਕਟ 1935 ਵਾਜ਼ ਪਾਸਡ।
ਦੈਨ ਉਸ ਤੋਂ ਬਾਅਦ ਵਿੱਚ ਜਿਹੜੇ ਆਪਣੇ ਕੋਲ ਕਹਿ ਲਓ ਰਾਊਂਡ ਟੇਬਲ ਕਾਨਫਰੰਸਿਸ ਹੋ ਗਈਆਂ, ਠੀਕ ਹੈ। ਉਸ ਤੋਂ ਬਾਅਦ ਵਿੱਚ ਆਈਡੀਆ ਆਪਾਂ ਨੂੰ ਪਤਾ ਲੱਗਿਆ ਕਿ ਹਾਂ ਆਪਾਂ ਨੇ ਕੌਨਸਟੀਟਿਊਸ਼ਨ ਬਣਾਉਣਾ। ਦੈਨ 1935 ਦੇ ਵਿੱਚ ਗੌਰਮੈਂਟ ਆਫ ਇੰਡੀਆ ਐਕਟ 1935 ਪਾਸ ਹੋਇਆ, ਠੀਕ ਹੈ। ਇਸ ਐਕਟ ਦੇ ਵਿੱਚ ਬੇਸਿਕਲੀ ਕੀ ਕਰਿਆ ਗਿਆ, ਆਟੋਨੋਮੀ ਪ੍ਰੋਵਾਈਡ ਕਰੀ ਗਈ ਪ੍ਰੋਵਿੰਸਿਸ ਨੂੰ। ਦੈਨ ਇਸ ਤੋਂ ਇਲਾਵਾ ਵੋਟਿੰਗ ਰਾਈਟ ਵੀ ਦਿੱਤੇ ਗਏ ਕਾਫੀ ਜ਼ਿਆਦਾ ਲੋਕਾਂ ਨੂੰ। ਹੁਣ ਇੱਥੇ ਮੈਨੇ ਆਹ ਗੱਲ ਕਹੀ ਹੈ ਕਿ ਕਾਫੀ ਲੋਕਾਂ ਨੂੰ ਵੋਟਿੰਗ ਰਾਈਟਸ ਦਿੱਤੇ ਸੀ, ਨਾ ਕਿ ਸਾਰਿਆਂ ਨੂੰ। ਮਤਲਬ ਤੁਸੀਂ ਮੰਨ ਕੇ ਚੱਲੋ ਕਿ ਸਾਰੀ ਪੋਪੂਲੇਸ਼ਨ ਦੇ 10% ਲੋਕਾਂ ਨੂੰ ਵੋਟਿੰਗ ਰਾਈਟ ਹੈਗੇ ਸੀ, ਠੀਕ ਹੈ। ਨੈਕਸਟ ਆ ਜਾਂਦਾ In 1935, demand of Constituent Assembly of India became official demand of the Indian National Congress। ਦੈਨ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਅਫੀਸ਼ੀਅਲੀ ਤੌਰ ਦੇ ਉੱਤੇ ਡਿਮਾਂਡ ਰੱਖੀ ਕਿ ਸਾਡਾ ਮਤਲਬ ਕੌਨਸਟੀਟਿਊਸ਼ਨ ਤਾਂ ਬਣਾਉਣਾ, ਤਾਂ ਉਹ ਕੌਨਸਟੀਟਿਊਸ਼ਨ ਬਣਾਉਣ ਤੋਂ ਪਹਿਲਾਂ ਕੌਨਸਟੀਟਿਊਐਂਟ ਅਸੈਂਬਲੀ ਵੀ ਬਣਨੀ ਚਾਹੀਦੀ ਹੈ। ਇਹ ਡਿਮਾਂਡ ਰੱਖੀ ਸੀ ਇੰਡੀਅਨ ਨੈਸ਼ਨਲ ਕਾਂਗਰਸ ਨੇ। ਨੈਕਸਟ ਆ ਜਾਂਦਾ ਇਨ 1938 ਡਿਮਾਂਡ ਕੀ ਸੀ ਉਹਨਾਂ ਦੀ, ਮੈਂਬਰਸ ਆਫ ਦਾ ਕੌਨਸਟੀਟਿਊਐਂਟ ਅਸੈਂਬਲੀ ਸ਼ੁੱਡ ਬੀ ਇੰਡੀਅਨਸ। ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਕੀ ਦੇਖਿਆ, 1934 ਦੇ ਵਿੱਚ ਕੌਨਸਟੀਟਿਊਸ਼ਨ ਬਣਾਉਣ ਦਾ ਆਈਡੀਆ ਦਿੱਤਾ ਗਿਆ। 1935 ਦੇ ਵਿੱਚ ਉਹਨਾਂ ਨੇ ਆਹ ਗੱਲ ਦੀ ਡਿਮਾਂਡ ਰੱਖੀ ਕਿ ਕੌਨਸਟੀਟਿਊਐਂਟ ਅਸੈਂਬਲੀ ਬਣਾਉਣੀ ਆ। ਦੈਨ ਉਸ ਤੋਂ ਬਾਅਦ ਦੇ ਵਿੱਚ ਕੌਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਜਿਹੜੇ ਮੈਂਬਰ ਨੇ ਉਹ ਇੰਡੀਅਨਸ ਹੋਣੇ ਚਾਹੀਦੇ ਨੇ, ਇਹ ਡਿਮਾਂਡ ਰੱਖੀ ਗਈ ਸੀ 1938 ਦੇ ਵਿੱਚ। ਦੈਨ ਉਸ ਤੋਂ ਬਾਅਦ ਵਿੱਚ 1940 ਦੇ ਵਿੱਚ ਅਗਸਤ ਡੈਕਲੇਰੇਸ਼ਨ ਪਾਸ ਹੋਈ ਅਤੇ ਇਹਦੇ ਵਿੱਚ ਆਹ ਡਿਮਾਂਡ ਨੂੰ ਐਕਸੈਪਟ ਕਰ ਲਿਆ ਗਿਆ। ਦੈਨ ਮਾਰਚ 1942 ਸਰ ਸਟੈਫਰਡ ਕ੍ਰਿਪਸ ਮਿਸ਼ਨ ਲੈ ਕੇ ਆਏ, ਮਤਲਬ ਕਿ ਇਹਦੇ ਨਾਮ 'ਤੇ ਹੀ ਇਸ ਮਿਸ਼ਨ ਦਾ ਨਾਮ ਕ੍ਰਿਪਸ ਮਿਸ਼ਨ ਪੈ ਗਿਆ। ਇਸ ਕ੍ਰਿਪਸ ਮਿਸ਼ਨ ਦੇ ਵਿੱਚ ਕੌਨਸਟੀਟਿਊਐਂਟ ਅਸੈਂਬਲੀ ਮਤਲਬ ਬਣਾਉਣ ਦੇ ਬਾਰੇ ਗੱਲ ਚੱਲੀ ਨਹੀਂ ਸੀ ਕਿ ਕਿਵੇਂ ਬਣਾਈ ਜਾਊਗੀ ਜਾਂ ਫਿਰ ਇਹਦੇ ਮੈਂਬਰ ਕਿਵੇਂ ਇਲੈਕਟ ਹੋਣਗੇ, ਠੀਕ ਹੈ। ਹੁਣ ਆਪਾਂ ਨੂੰ ਇੰਨੀ ਗੱਲ ਤਾਂ ਪਤਾ ਕਿ ਆਪਾਂ ਨੇ ਕੌਨਸਟੀਟਿਊਸ਼ਨ ਬਣਾਉਣਾ, ਬਣਾਊਗੀ ਕੌਣ, ਕੌਨਸਟੀਟਿਊਐਂਟ ਅਸੈਂਬਲੀ, ਹੋਣਗੇ ਕੌਣ, ਇੰਡੀਅਨਸ। ਬਟ ਉਹ ਵਾਲੇ ਇੰਡੀਅਨਸ ਹੁਣ ਕਿਹੜਾ ਆਪਾਂ ਸਾਰੀ ਦੀ ਸਾਰੀ ਜਨਤਾ ਨੂੰ ਬਿਠਾ ਕੇ ਕੌਨਸਟੀਟਿਊਸ਼ਨ ਬਣਾਉਣ ਲੱਗ ਜਾਂਗੇ। ਉਸ ਹਿਸਾਬ ਨਾਲ ਤਾਂ ਜਿੰਨੇ ਲੋਕ ਹੋਣਗੇ ਉਨੀਆਂ ਰਾਏ ਬਣ ਜਾਣਗੀਆਂ, ਫਿਰ ਤਾਂ ਸ਼ਾਇਦ ਹੁਣ ਤੱਕ ਵੀ ਨਾ ਬਣ ਪਾਉਂਦਾ ਕੌਨਸਟੀਟਿਊਸ਼ਨ। ਤਾਂ ਬੇਸਿਕਲੀ ਕਿਹੜੇ ਲੋਕ ਉਹਦੇ ਵਿੱਚ ਪਾਰਟੀਸਪੇਟ ਕਰਨਗੇ, ਕਿਹੜੇ ਬੰਦੇ ਕੌਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਬੈਠਣਗੇ, ਆਹ ਸਾਰੀਆਂ ਗੱਲਾਂ ਬਾਰੇ ਡਿਸਕਸ਼ਨ ਹੋਣੀ ਸੀ। ਤਾਂ ਇਹਦੇ ਵਿੱਚ ਫਸਟ ਪੁਆਇੰਟ ਆ ਜਾਂਦਾ ਇਲੈਕਟਡ ਬਾਏ ਦਾ ਪ੍ਰੋਵਿੰਸ਼ੀਅਲ ਅਸੈਂਬਲੀਜ਼। ਜਿਹੜੇ ਮਤਲਬ ਪ੍ਰੋਵਿੰਸ਼ੀਅਲ ਅਸੈਂਬਲੀਜ਼ ਹੋਣਗੀਆਂ ਉਹਦੇ ਵਿੱਚੋਂ ਮੈਂਬਰਸ ਨੂੰ ਇਲੈਕਟ ਕੀਤਾ ਜਾਊਗਾ, ਅਤੇ ਜਿਹੜੀਆਂ ਪ੍ਰਿੰਸਲੀ ਸਟੇਟਸ ਨੇ ਉਹਦੇ ਵਿੱਚੋਂ ਬੰਦਿਆਂ ਨੂੰ ਨੋਮੀਨੇਟ ਕਰਕੇ ਭੇਜਣਗੇ ਜਿਹੜੇ ਉੱਥੋਂ ਦੇ ਪ੍ਰਿੰਸ ਨੇ। ਦੋਨਾਂ ਦੀਆਂ ਡਿਮਾਂਡਸ ਮਤਲਬ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਸੀ ਔਰ ਮੁਸਲਿਮ ਲੀਗ ਸੀ, ਉਹਨਾਂ ਦੋਨਾਂ ਨੇ ਇਹ ਮਤਲਬ ਰਿਜੈਕਟ ਕਰਤਾ ਕ੍ਰਿਪਸ ਮਿਸ਼ਨ। ਇਹ ਰਿਜੈਕਟ ਕਰਨ ਦਾ ਸਭ ਤੋਂ ਬੜਾ ਰੀਜ਼ਨ ਕੀ ਸੀ, ਕਿਉਂਕਿ ਇਹਦੇ ਵਿੱਚ ਮਿਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ਜੇ ਕੋਈ ਇੰਡੀਅਨ ਯੂਨੀਅਨ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਤਾਂ ਉਹ ਆਪਣਾ ਅਲੱਗ ਤੋਂ ਕੌਨਸਟੀਟਿਊਸ਼ਨ ਬਣਾ ਸਕਦਾ, ਠੀਕ ਹੈ। ਤਾਂ ਹੁਣ ਅਲੱਗ ਤੋਂ ਕੌਨਸਟੀਟਿਊਸ਼ਨ ਬਣਾਉਣ ਦਾ ਮਤਲਬ ਕੀ ਸੀ ਕਿ ਜੇ ਉਹ ਅਲੱਗ ਰਹਿਣਾ ਚਾਹੁੰਦੇ ਨੇ, ਇੰਡੀਆ ਦੇ ਵਿੱਚ ਪਾਰਟ ਬਣ ਕੇ ਨਹੀਂ ਰਹਿਣਾ ਚਾਹੁੰਦੇ। ਇੰਡੀਅਨ ਨੈਸ਼ਨਲ ਕਾਂਗਰਸ ਨੇ ਇਹ ਡਿਮਾਂਡ ਨੂੰ ਇਸ ਲਈ ਮਤਲਬ ਇਸ ਚੀਜ਼ ਨੂੰ ਇਸ ਲਈ ਰਿਜੈਕਟ ਕੀਤਾ ਕਿਉਂਕਿ ਉਹ ਮੰਨ ਰਹੇ ਸੀ ਕਿ ਦੇਸ਼ ਬਣਨ ਤੋਂ ਪਹਿਲਾਂ ਹੀ ਇਹ ਤਾਂ ਉਹਨਾਂ ਦੇ ਟੋਟੇ ਕਰਨ ਨੂੰ ਫਿਰ ਰਹੇ ਨੇ ਕਿ ਦੇਸ਼ ਤਾਂ ਪਹਿਲਾਂ ਹੀ ਟੁੱਟ ਜਾਣਾ, ਤਾਂ ਬਚੂਗਾ ਕੌਣ। ਸੈਕਿੰਡ ਨੰਬਰ ਦੇ ਉੱਤੇ ਆ ਜਾਂਦਾ ਆਪਣੇ ਕੋਲ ਮੁਸਲਿਮ ਲੀਗ ਨੇ ਇਸ ਨੂੰ ਇਸ ਲਈ ਰਿਜੈਕਟ ਕੀਤਾ ਕਿਉਂਕਿ ਇਸ ਦੇ ਵਿੱਚ ਕਿਤੇ ਵੀ ਪਾਕਿਸਤਾਨ ਬਣਾਉਣ ਬਾਰੇ ਗੱਲ ਨਹੀਂ ਸੀ ਕਰੀ ਗਈ। ਹੁਣ ਕਈਆਂ ਦੇ ਦਿਮਾਗ ਦੇ ਵਿੱਚ ਆਉਂਦਾ ਕਿ ਉਹਨਾਂ ਨੇ ਕਹਿ ਤਾਂ ਦਿੱਤਾ ਸੀ ਕਿ ਜੇ ਤੁਸੀਂ ਇੰਡੀਆ ਦੇ ਵਿੱਚ ਨਹੀਂ ਰਹਿਣਾ ਤਾਂ ਤੁਸੀਂ ਆਪਣਾ ਅਲੱਗ ਤੋਂ ਕੌਨਸਟੀਟਿਊਸ਼ਨ ਬਣਾ ਸਕਦੇ ਹੋ। ਉਹਨਾਂ ਨੇ ਆਹ ਗੱਲ ਕਹੀ ਸੀ, ਜਿਵੇਂ ਹੁਣ ਤੁਸੀਂ ਮੰਨ ਕੇ ਚੱਲੋ ਕਿ ਆਪਣਾ ਇੰਡੀਆ ਦਾ ਮੈਪ ਸਾਰਿਆਂ ਦੇ ਦਿਮਾਗ ਦੇ ਵਿੱਚ ਹੋਊਗਾ ਕਿ ਇੰਡੀਆ, ਠੀਕ ਹੈ। ਦੈਨ ਉਸ ਤੋਂ ਬਾਅਦ ਦੇ ਵਿੱਚ ਉਹ 'ਚ ਮੰਨ ਲਓ ਪੰਜਾਬ ਆ, ਠੀਕ ਹੈ। ਪੰਜਾਬ ਦੇ ਵਿੱਚ ਮੰਨ ਲਓ ਅੱਧੇ ਮੁਸਲਮਾਨ ਰਹਿੰਦੇ ਹੋਣ, ਅੱਧੇ ਮੁਸਲਮਾਨ ਬੰਗਲਾਦੇਸ਼ ਦੇ ਵਿੱਚ ਰਹਿੰਦੇ ਹੋਣ, ਤਾਂ ਸੌਰੀ ਵੈਸਟ ਬੰਗਾਲ ਦੇ ਵਿੱਚ ਰਹਿੰਦੇ ਹੋਣ, ਠੀਕ ਹੈ। ਅੱਧੇ ਮੰਨ ਲਓ ਕਹਿੰਦੇ ਕੇਰਲਾ ਵਾਲੀ ਸਾਈਡ ਰਹਿੰਦੇ ਨੇ। ਹੁਣ ਐਵੇਂ ਨਹੀਂ ਕਿ ਜਿਹੜੇ ਕਹਿ ਲਓ ਪੰਜਾਬ ਦੇ ਮੁਸਲਮਾਨ ਨੇ, ਇੱਧਰੋਂ ਵੈਸਟ ਬੰਗਾਲ ਦੇ ਨੇ ਔਰ ਕੇਰਲਾ ਦੇ ਨੇ, ਤਿੰਨੋਂ ਮਿਲ ਕੇ ਕਹਿਣ ਕਿ ਸਾਨੂੰ ਤਾਂ ਆਪਣਾ ਅਲੱਗ ਦੇਸ਼ ਦੇ ਦਿਓ। ਨਹੀਂ, ਜਾਂ ਤਾਂ ਪੂਰਾ ਪੰਜਾਬ ਹੀ ਅਲੱਗ ਹੋਊਗਾ, ਐਵੇਂ ਨਹੀਂ ਕਿ ਇਕੱਲੇ ਮੁਸਲਮਾਨ ਅਲੱਗ ਹੋ ਸਕਦੇ ਨੇ, ਜਾਂ ਪੂਰਾ ਕੇਰਲਾ ਹੀ ਅਲੱਗ ਹੋਊਗਾ। ਐਵੇਂ ਨਹੀਂ ਕਿ ਤਿੰਨੋਂ ਮਿਲ ਕੇ ਆਪਣਾ ਇੱਕ ਅਲੱਗ ਦੇਸ਼ ਬਣਾ ਲੈਣਗੇ, ਠੀਕ ਹੈ। ਜਦਕਿ ਮੁਸਲਿਮ ਲੀਗ ਕੀ ਚਾਹੁੰਦੀ ਸੀ ਕਿ ਸਾਡੇ ਸਾਰੇ ਮੁਸਲਮਾਨਾਂ ਨੂੰ ਇਕੱਠਾ ਕਰਕੇ ਸਾਨੂੰ ਅਲੱਗ ਤੋਂ ਇੱਕ ਚੀਜ਼ ਦਿੱਤੀ ਜਾਵੇ, ਮਤਲਬ ਕਿ ਸਾਡਾ ਅਲੱਗ ਤੋਂ ਇੱਕ ਏਰੀਆ ਪਾਕਿਸਤਾਨ ਬਣਾਇਆ ਜਾਵੇ। ਕ੍ਰਿਪਸ ਮਿਸ਼ਨ ਦੇ ਵਿੱਚ ਉਹਦੀ ਗੱਲ ਨਹੀਂ ਸੀ ਹੋਈ। ਉਹਦੇ ਵਿੱਚ ਕਿਹਾ ਸੀ ਕਿ ਜਿਹੜੀ ਹੁਣ ਡਿਸਟਰੀਬਿਊਸ਼ਨ ਜਿਵੇਂ ਪਾਰਟੀਸ਼ਨ ਚੱਲੀ ਹੋਈ ਆ ਅਲੱਗ-ਅਲੱਗ ਪ੍ਰੋਵਿੰਸਿਸ ਦੀ, ਤਾਂ ਉਸੇ ਪਾਰਟੀਸ਼ਨ ਦੇ ਅਕੋਰਡਿੰਗ ਜਿਹੜੀਆਂ ਪ੍ਰੋਵਿੰਸਿਸ ਨੇ ਉਹ ਆਪਣਾ ਅਲੱਗ ਕੌਨਸਟੀਟਿਊਸ਼ਨ ਬਣਾ ਕੇ ਅਲੱਗ ਹੋ ਸਕਦੀਆਂ ਨੇ। ਦੈਨ 2 ਸਤੰਬਰ 1945 ਦੇ ਵਿੱਚ ਜਿਹੜਾ ਵਰਲਡ ਵਾਰ 2 ਸੀ ਉਹ ਐਂਡ ਹੋ ਗਿਆ।
Then next, on 19 September 1945, Viceroy Lord Wavell announced that central and provincial election will be held between December 1945 to January 1946. Then ਉਸ ਤੋਂ ਬਾਅਦ ਦੇ ਵਿੱਚ provincial election ਹੋਣ ਦੇ ਬਾਰੇ ਡਿਮਾਂਡ ਚੱਲੀ ਗਈ ਕਿ provincial election ਹੋਣਗੇ। ਦੈਨ ਜਿਹੜੇ ਇਲੈਕਸ਼ਨ ਹੋਏ ਸੀ ਇਹ ਅਸਲ ਦੇ ਵਿੱਚ 11 ਪ੍ਰੋਵਿੰਸਿਸ ਦੇ ਵਿੱਚ ਹੋਏ ਸੀ। 11 ਪ੍ਰੋਵਿੰਸਿਸ ਦੇ ਵਿੱਚ 8 ਪ੍ਰੋਵਿੰਸਿਸ ਦੇ ਵਿੱਚ ਜਿੱਤੀ ਸੀ ਇੰਡੀਅਨ ਨੈਸ਼ਨਲ ਕਾਂਗਰਸ, ਔਰ ਜਿਹੜੀ ਬਾਕੀ ਦੀਆਂ 3 ਪ੍ਰੋਵਿੰਸਿਸ ਸੀ ਉੱਥੇ ਜਿੱਤੀ ਸੀ ਮੁਸਲਿਮ ਲੀਗ। ਜਿਹੜੀਆਂ 8 ਪ੍ਰੋਵਿੰਸਿਸ ਸੀ ਉਹਨਾਂ ਵਿੱਚ ਕਿਹੜੀਆਂ ਇਨਕਲੂਡਡ ਨੇ? ਅਸਮ, ਬੰਬਈ, ਮਦਰਾਸ, ਉੜੀਸਾ, ਸੈਂਟਰਲ ਪ੍ਰੋਵਿੰਸ, ਯੂਨਾਈਟਿਡ ਪ੍ਰੋਵਿੰਸ, ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ। ਤੇ ਜਿਹੜਾ ਆਪਣੇ ਕੋਲ ਆ ਜਾਂਦਾ ਮੁਸਲਿਮ ਲੀਗ ਜਿੱਤੀ ਸੀ ਪੰਜਾਬ, ਸਿੰਧ ਤੇ ਬੰਗਾਲ ਵਾਲੇ ਇਲਾਕੇ ਦੇ ਵਿੱਚ। ਮਾਰਚ 1946 ਦੇ ਵਿੱਚ ਕੈਬਨਿਟ ਮਿਸ਼ਨ ਆਇਆ। ਇਹਦੇ 3 ਮੈਂਬਰ ਸੀ। 3 ਮੈਂਬਰ, ਫਸਟ ਸੀ ਆਪਣੇ ਕੋਲ ਸਰ ਪੈਥਿਕ ਲਾਰੈਂਸ, ਸੈਕੰਡ ਸਟੈਫਰਡ ਕ੍ਰਿਪਸ ਤੇ ਥਰਡ ਸੀ ਏਵੀ ਅਲੈਗਜ਼ੈਂਡਰ। ਇਸ ਨੂੰ ਕੈਬਨਿਟ ਮਿਸ਼ਨ ਕਿਉਂ ਬੋਲਿਆ ਜਾਂਦਾ? ਬਿਕੋਜ਼ ਦੇ ਵਰ ਕੈਬਨਿਟ ਮਿਨਿਸਟਰ ਆਫ ਦ ਬ੍ਰਿਟਿਸ਼ ਪਾਰਲੀਮੈਂਟ, ਦੇਅਰਫੋਰ ਦਿਸ ਮਿਸ਼ਨ ਇਜ਼ ਕਾਲਡ ਕੈਬਨਿਟ ਮਿਸ਼ਨ। ਜਿਹੜੇ ਤਿੰਨੋਂ ਇਹ ਮੈਂਬਰ ਸੀ ਅਸਲ ਦੇ ਵਿੱਚ ਬ੍ਰਿਟੇਨ ਦੀ ਪਾਰਲੀਮੈਂਟ ਦੇ ਵਿੱਚ ਕੈਬਨਿਟ ਮਿਨਿਸਟਰ ਸੀ, ਤਾਂ ਕਰਕੇ ਇਹਨੂੰ ਆਪਾਂ ਕੈਬਨਿਟ ਮਿਸ਼ਨ ਬੋਲ ਦਿੰਦੇ ਹਾਂ। ਇਹਦਾ ਮੇਨ ਮੋਟਿਵ ਕੀ ਸੀ? ਟੂ ਫਾਰਮ ਕੌਨਸਟੀਟਿਊਐਂਟ ਅਸੈਂਬਲੀ ਫॉर ਮੇਕਿੰਗ ਕੌਨਸਟੀਟਿਊਸ਼ਨ। ਕਿ ਜਿਹੜਾ ਹੁਣ ਤੱਕ ਦਾ ਗਾਹ ਪੈ ਰਿਹਾ, ਪੂਰੀ ਖਿਚੜੀ ਪੱਕ ਚੁੱਕੀ ਹੈ ਕਿ ਕੌਣ ਜਾਊ ਕੌਣ ਨਹੀਂ ਜਾਊ, ਆਹ ਗਾਹ ਨੂੰ ਸੋਲਵ ਕਰਨ ਵਾਸਤੇ ਇਹ ਵਾਲਾ ਮਿਸ਼ਨ ਆਇਆ ਸੀ। ਤੇ ਇਹਦੇ ਵਿੱਚ ਕੌਨਸਟੀਟਿਊਐਂਟ ਅਸੈਂਬਲੀ ਬਣਾਉਣ ਬਾਰੇ ਗੱਲ ਚੱਲ ਰਹੀ ਸੀ ਕਿ ਕੌਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਅਸਲ 'ਚ ਕਿਹੜੇ ਮੈਂਬਰ ਹੋਣਗੇ, ਕਿੱਧਰੋਂ ਕਿੰਨੀ ਪੋਪੂਲੇਸ਼ਨ ਆਊਗੀ। ਤਾਂ ਇਹਨਾਂ ਨੇ ਕਿਹਾ ਕਿ ਜਿਹੜੀਆਂ ਟੋਟਲ ਸੀਟਸ ਨੇ ਉਹ 389 ਰੱਖੀਆਂ ਗਈਆਂ। ਠੀਕ ਹੈ, 389 ਸੀਟਸ ਦੇ ਵਿੱਚ ਬ੍ਰਿਟਿਸ਼ ਇੰਡੀਅਨ ਪ੍ਰੋਵਿੰਸਿਸ ਸੀ, ਉਹਦੇ ਵਿੱਚ ਇੰਡਾਇਰੈਕਟ ਇਲੈਕਸ਼ਨ ਹੋਏ। ਇੰਡਾਇਰੈਕਟ ਇਲੈਕਸ਼ਨ ਦਾ ਆਪਾਂ ਹੁਣ ਅੱਗੇ ਦੇਖਦੇ ਹਾਂ ਕਿ ਇੰਡਾਇਰੈਕਟ ਇਲੈਕਸ਼ਨ ਕਿਹੜੇ ਹੁੰਦੇ ਨੇ। ਦੈਨ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬ੍ਰਿਟਿਸ਼ ਇੰਡੀਅਨ ਪ੍ਰੋਵਿੰਸਿਸ ਸੀ ਉਹਨਾਂ ਦੀਆਂ ਸੀਟ ਇਹਨਾਂ ਨੇ 296 ਫਿਕਸ ਕਰਤੀਆਂ ਕਿ 296 ਸੀਟਸ ਇਹਨਾਂ ਦੀਆਂ ਨੇ। ਦੈਨ ਉਸ ਤੋਂ ਬਾਅਦ ਵਿੱਚ ਸੈਕਿੰਡ ਕੈਟੇਗਰੀ ਆਪਣੇ ਕੋਲ ਪ੍ਰਿੰਸਲੀ ਸਟੇਟਸ ਦੀ ਸੀ। ਉਹਦੇ ਵਿੱਚੋਂ ਪ੍ਰਿੰਸਸ ਨੇ ਕੀ ਕਰਨਾ ਸੀ? ਨੋਮੀਨੇਟ ਕਰਕੇ ਬੰਦੇ ਭੇਜਣੇ ਸੀ। ਇਹ ਵਾਲੀਆਂ ਸੀਟ 93 ਫਿਕਸ ਕਰ ਦਿੱਤੀਆਂ ਗਈਆਂ। ਇਲੈਕਸ਼ਨ ਆਫ ਦਾ ਬ੍ਰਿਟਿਸ਼ ਇੰਡੀਅਨ ਪ੍ਰੋਵਿੰਸਿਸ। ਠੀਕ ਹੈ, ਹੁਣ ਦੇਖੋ ਪਹਿਲਾਂ ਆਪਾਂ ਨੇ ਕੀ ਦੇਖਿਆ ਕਿ ਜਿਹੜੀਆਂ ਟੋਟਲ ਸੀਟ ਸੀ ਉਹਨੂੰ 2 ਪਾਰਟਸ 'ਚ ਡਿਵਾਈਡ ਕਰੇ ਆ, ਇੱਕ ਬ੍ਰਿਟਿਸ਼ ਇੰਡੀਅਨ ਪ੍ਰੋਵਿੰਸ, ਸੈਕਿੰਡ ਪ੍ਰਿੰਸਲੀ ਸਟੇਟ। ਹੁਣ ਜਿਹੜੇ ਬ੍ਰਿਟਿਸ਼ ਇੰਡੀਅਨ ਪ੍ਰੋਵਿੰਸ ਆ ਇਹਨੂੰ ਵੀ ਅੱਗੇ ਅਲੱਗ-ਅਲੱਗ ਪਾਰਟਸ 'ਚ ਡਿਵਾਈਡ ਕੀਤਾ ਗਿਆ। ਠੀਕ ਹੈ, ਸੀਟਸ ਜਿਹੜੀਆਂ ਹੁੰਦੀਆਂ ਸੀ ਉਹਨਾਂ ਨੂੰ ਅਲੱਗ-ਅਲੱਗ ਪਾਰਟਸ ਦੇ ਵਿੱਚ ਕਿਵੇਂ ਡਿਸਟਰੀਬਿਊਟ ਕੀਤਾ ਗਿਆ? ਪਾਪੂਲੇਸ਼ਨ ਦੇ ਅਕੋਰਡਿੰਗ, ਕਿ ਜਿੱਥੇ ਜਿਹਦੀ ਪਾਪੂਲੇਸ਼ਨ ਜ਼ਿਆਦਾ, ਮਤਲਬ ਜਿਹੜੀ ਪ੍ਰੋਵਿੰਸ ਦੀ ਪਾਪੂਲੇਸ਼ਨ ਜ਼ਿਆਦਾ ਉੱਥੋਂ ਦੇ ਮੈਂਬਰ ਵੀ ਜ਼ਿਆਦਾ ਹੋਣਗੇ। ਫੋਰ ਐਗਜ਼ਾਮਪਲ ਮੰਨ ਲਓ ਪੰਜਾਬ ਦੇ ਵਿੱਚ ਜ਼ਿਆਦਾ ਪਾਪੂਲੇਸ਼ਨ ਹੋਵੇ ਤਾਂ ਜਿਹੜੇ ਪੰਜਾਬ ਤੋਂ ਮੈਂਬਰ ਮਤਲਬ ਇੰਡਾਇਰੈਕਟਲੀ ਇਲੈਕਟ ਹੋ ਕੇ ਜਾਣਗੇ ਉਹ ਵੀ ਜ਼ਿਆਦਾ ਹੋਣਗੇ। ਜਿੱਥੇ ਦੀ ਪਾਪੂਲੇਸ਼ਨ ਘੱਟ ਆ ਉੱਥੋਂ ਦੇ ਮੈਂਬਰ ਵੀ ਘੱਟ ਹੋਣਗੇ। ਹੁਣ ਮੰਨ ਲਓ ਪੰਜਾਬ ਦੇ ਵਿੱਚ ਜ਼ਿਆਦਾ ਮੈਂਬਰ ਜਾ ਰਹੇ ਨੇ, ਦੈਨ ਉਸ ਤੋਂ ਬਾਅਦ ਵਿੱਚ ਉਹਦੇ ਵਿੱਚ ਵੀ ਅੱਗੇ ਫਰਦਰ 3 ਪਾਰਟਸ ਡਿਵਾਈਡ ਕਰ ਦਿੱਤੇ ਗਏ। ਇੱਕ ਤਾਂ ਸੀ ਆਪਣੇ ਕੋਲ ਮੁਸਲਿਮ, ਸਿੱਖ ਔਰ ਜਨਰਲ। ਮਤਲਬ ਕਿ ਮੁਸਲਿਮਸ ਦੇ ਅਲੱਗ ਤੋਂ ਜਾਣਗੇ, ਸਿੱਖਾਂ ਦੇ ਅਲੱਗ ਤੋਂ ਜਾਣਗੇ ਔਰ ਜਨਰਲਸ ਦੇ ਅਲੱਗ ਤੋਂ ਜਾਣਗੇ। ਜਨਰਲ ਦਾ ਜਿਹੜੇ ਹੁਣ ਆਪਾਂ ਪੜ੍ਹਦੇ ਹਾਂ OBC ਜਨਰਲ ਉਵੇਂ ਨਹੀਂ ਸੀ। ਮੁਸਲਿਮ ਔਰ ਸਿੱਖਾਂ ਨੂੰ ਛੱਡ ਕੇ ਜਿਹੜੇ ਬਾਕੀ ਦੇ ਬਚੇ ਲੋਕ ਸੀ ਉਹਨਾਂ ਨੂੰ ਜਨਰਲ ਕੈਟੇਗਰੀ ਦੇ ਵਿੱਚ ਇਨਕਲੂਡ ਕਰਿਆ ਗਿਆ ਸੀ। ਹੁਣ ਇੰਡਾਇਰੈਕਟ ਇਲੈਕਸ਼ਨ ਆਪਾਂ ਨੇ ਸੁਣਿਆ ਸੀ ਕਿ ਇੰਡਾਇਰੈਕਟ ਇਲੈਕਸ਼ਨ ਕਰਕੇ ਭੇਜਣੇ ਸੀ। ਅਸਲ ਦੇ ਵਿੱਚ ਕੀ ਸੀ ਇੰਡਾਇਰੈਕਟ ਇਲੈਕਸ਼ਨ ਦਾ ਮਤਲਬ? ਕਿ ਜਿਹੜੇ ਪਹਿਲਾਂ ਦੇ ਲੋਕ ਸੀ, ਕਿਸੇ ਪਰਟੀਕੂਲਰ ਪ੍ਰੋਵਿੰਸ ਦੇ ਲੋਕ ਸੀ, ਉਹਨਾਂ ਨੇ ਕਿਹਨਾਂ ਨੂੰ ਇਲੈਕਟ ਕਰਿਆ ਸੀ? ਪ੍ਰੋਵਿੰਸ਼ੀਅਲ ਅਸੈਂਬਲੀ ਦੇ ਮੈਂਬਰਾਂ ਨੂੰ। ਹੁਣ ਜਿਹੜੇ ਪ੍ਰੋਵਿੰਸ਼ੀਅਲ ਅਸੈਂਬਲੀ ਦੇ ਮੈਂਬਰ ਸੀ ਉਹਨਾਂ ਨੇ ਕੌਨਸਟੀਟਿਊਐਂਟ ਅਸੈਂਬਲੀ ਦੇ ਮੈਂਬਰਾਂ ਨੂੰ ਚੁਣਨਾ ਸੀ। ਠੀਕ ਹੈ, ਇੱਕ ਤਰੀਕੇ ਨਾਲ ਐਵੇਂ ਮੰਨੋ ਕਿ ਪੰਜਾਬ ਆਪਣਾ ਇੱਕ ਪ੍ਰੋਵਿੰਸ ਹੋ ਗਿਆ, ਆਪਾਂ ਲੋਕਾਂ ਨੇ ਭਗਵੰਤ ਮਾਨ ਨੂੰ ਚੁਣਿਆ। ਹੁਣ ਭਗਵੰਤ ਮਾਨ ਮੰਨ ਲਓ ਅੱਗੇ ਕੌਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਬੰਦੇ ਭੇਜਣ ਵਾਸਤੇ ਚੁਣੇ। ਠੀਕ ਹੈ, ਤਾਂ ਆਪਾਂ ਨੇ ਜਿਹੜੇ ਭਗਵੰਤ ਮਾਨ ਨੂੰ ਵੋਟਾਂ ਪਾ ਕੇ ਚੁਣਿਆ ਸੀ ਉਹ ਤਾਂ ਡਾਇਰੈਕਟ ਹੋ ਗਏ, ਪਰ ਹੁਣ ਆਪਣੇ ਚੁਣੇ ਹੋਏ ਬੰਦੇ ਨੇ ਅੱਗੇ ਹੋਰ ਬੰਦਿਆਂ ਨੂੰ ਚੁਣਿਆ, ਤਾਂ ਉਹ ਵਾਲੀ ਚੀਜ਼ ਆਪਣੇ ਥਰੂ ਕੀ ਹੋ ਗਈ? ਇੰਡਾਇਰੈਕਟ ਹੋ ਗਈ। ਕਿ ਆਪਾਂ ਨੇ ਡਾਇਰੈਕਟ ਵੋਟ ਨਹੀਂ ਪਾਈ ਬਟ ਇੰਡਾਇਰੈਕਟਲੀ ਆਪਣੇ ਚੁਣੇ ਹੋਏ ਬੰਦੇ ਨੇ ਅੱਗੇ ਬੰਦੇ ਚੁਣ ਲਏ। ਨੈਕਸਟ, ਕੌਨਸਟੀਟਿਊਐਂਟ ਅਸੈਂਬਲੀ ਇਲੈਕਸ਼ਨ। ਠੀਕ ਹੈ, ਜਿਹੜੇ ਕੌਨਸਟੀਟਿਊਐਂਟ ਅਸੈਂਬਲੀ ਦੇ ਇਲੈਕਸ਼ਨ ਹੋਏ ਸੀ ਇਹ ਜੁਲਾਈ ਅਗਸਤ 1946 ਦੇ ਵਿੱਚ ਹੋ ਗਏ ਸੀ। ਟੋਟਲ ਪ੍ਰੋਵਿੰਸ਼ੀਅਲ ਸੀਟਸ ਕਿੰਨੀਆਂ ਸੀ? 296। ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਇਹਦੇ ਵਿੱਚੋਂ ਸੀ 208। ਤੇ ਉਸ ਤੋਂ ਬਾਅਦ ਦੇ ਵਿੱਚ ਮੁਸਲਿਮ ਲੀਗ ਦੀਆਂ 73 ਸੀ ਤੇ ਜਿਹੜੇ ਇੰਡੀਪੈਂਡੈਂਟ ਕੈਂਡੀਡੇਟ ਤੇ ਅਦਰ ਪਾਰਟੀਜ਼ ਦੇ ਸੀ ਉਹਨਾਂ ਦੀਆਂ 15 ਸੀ। ਜਿਹੜੀ ਪ੍ਰਿੰਸਲੀ ਸਟੇਟ ਸੀ ਉਹਨਾਂ ਨੇ ਤਾਂ ਦੇਖੋ ਕੌਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਪਾਰਟੀਸਪੇਸ਼ਨ ਕਰਨ ਤੋਂ ਮਨਾ ਹੀ ਕਰਤਾ। ਮੁਸਲਿਮ ਲੀਗ ਨੇ ਵੀ ਇਹ ਚੀਜ਼ ਨੂੰ ਰਿਜੈਕਟ ਕਰਤਾ ਸੀ।
ਮਤਲਬ ਕਿ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਪਾਰਟਿਸਿਪੇਟ ਸਿਰਫ ਇੰਡੀਅਨ ਨੈਸ਼ਨਲ ਕਾਂਗਰਸ ਤੇ ਜਿਹੜੇ ਬਾਕੀ ਦੇ ਬੰਦੇ ਸੀਗੇ ਥੋੜੇ ਬਹੁਤੇ ਉਹ ਕਰ ਰਹੇ ਸੀ। ਮੁਸਲਿਮ ਲੀਗ ਤੇ ਪ੍ਰਿੰਸਲੀ ਸਟੇਟ ਨੇ ਜਿਹੜੀ ਮੀਟਿੰਗ ਸੀ ਇਹ ਅਟੈਂਡ ਹੀ ਨਹੀਂ ਕਰੀ। ਦੈਨ ਉਸ ਤੋਂ ਬਾਅਦ ਦੇ ਵਿੱਚ ਆਪਣੇ ਕੋਲ ਆ ਜਾਂਦਾ ਕਿ ਹੁਣ ਦੇਖੋ ਕੋਈ ਵੀ ਮੀਟਿੰਗ ਆਪਾਂ ਕਰ ਤਾਂ ਰਹੇ ਹਾਂ ਬਟ ਉਹਦਾ ਕੋਈ ਨਾ ਕੋਈ ਤਾਂ ਪ੍ਰੈਜ਼ੀਡੈਂਟ ਹੋਣਾ ਵੀ ਚਾਹੀਦਾ ਨਾ। ਹੁਣ ਉਹ ਵਾਲਾ ਪ੍ਰੈਜ਼ੀਡੈਂਟ ਹੋਊ ਕੌਣ? ਵੈਸੇ ਤਾਂ ਆਪਣੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਡਾਕਟਰ ਰਾਜਿੰਦਰ ਪ੍ਰਸਾਦ ਆ ਜਾਂਦੇ ਨੇ, ਠੀਕ ਹੈ, ਬਟ ਸਭ ਤੋਂ ਜ਼ਿਆਦਾ ਇਹ ਗੱਲ ਯਾਦ ਰੱਖਣ ਦੀ ਲੋੜ ਆ ਕਿ ਫਸਟ ਮੀਟਿੰਗ ਦੇ ਟਾਈਮ ਜਿਹੜਾ ਬੰਦਾ ਪ੍ਰੈਜ਼ੀਡੈਂਟ ਸੀ ਉਹ ਸੀ ਸਚਿਦਾਨੰਦ ਸਿਨਹਾ। ਅਸਲ ਦੇ ਵਿੱਚ ਜਿਹੜਾ ਇਹ ਫਰੈਂਚ ਸਿਸਟਮ ਦੇ ਅਕੋਰਡਿੰਗ ਲਿਆ ਗਿਆ ਸੀ। ਫਰੈਂਚ ਦੇ ਵਿੱਚ ਐਵੇਂ ਹੁੰਦਾ ਕਿ ਜਿਹੜਾ ਬੰਦਾ ਸਭ ਤੋਂ ਬਜ਼ੁਰਗ ਆ ਉਹਨੂੰ ਕਹਿ ਲਓ ਇੱਕ ਤਰੀਕੇ ਨਾਲ ਪ੍ਰੈਜ਼ੀਡੈਂਟ ਬਣਾ ਦਿੰਦੇ ਸੀ। ਤਾਂ ਸੇਮ ਕੰਡੀਸ਼ਨ ਪਹਿਲੀ ਮੀਟਿੰਗ ਦੇ ਵਿੱਚ ਅਪਲਾਈ ਕਰੀ ਗਈ। ਉਸ ਟਾਈਮ ਮੀਟਿੰਗ ਦੇ ਵਿੱਚ ਜਿਹੜਾ ਆਪਣੇ ਕੋਲ ਸਭ ਤੋਂ ਬਜ਼ੁਰਗ ਬੰਦਾ ਸੀ ਉਹ ਸੀ ਸਚਿਦਾਨੰਦ ਸਿਨਹਾ, ਤਾਂ ਉਹਨੂੰ ਟੈਂਪਰੇਰੀ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਫਸਟ ਮੀਟਿੰਗ ਦੇ ਵਿੱਚ। ਆਈ ਹੋਪ ਤੁਹਾਨੂੰ ਇੱਥੋਂ ਤੱਕ ਦਾ ਸਾਰਾ ਲੈਕਚਰ ਕਲੀਅਰ ਹੋਊਗਾ। ਜੇ ਕੋਈ ਡਾਊਟ ਹੋਇਆ ਤੁਸੀਂ ਪੁੱਛ ਸਕਦੇ ਹੋ। ਅਦਰਵਾਈਜ਼ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਥੈਂਕ ਯੂ। ਸੈਕੰਡ ਪਾਰਟ ਜਲਦੀ ਆਊਗਾ।